ਗੋਲੀ ਲੱਗਣ ਨਾਲ ਉਹਦੇ ਦੋਵੇਂ ਹੱਥ ਮੋਟਰਸਾਈਕਲ ਦੇ ਹੈਂਡਲ ਤੋਂ ਛੁੱਟ ਗਏ। ਹਵਾ ਵਿੱਚ ਉੱਚੇ ਹੋਏ ਜਿਵੇਂ ਹਾਲ ਪਾਉਂਦੇ ਹੋਣ, ਤੇ ਫਿਰ ਉਹ ਮੋਟਰਸਾਈਕਲ ਤੋਂ ਡਿੱਗ ਪਿਆ। ਉਹਦੀ ਇੱਕ ਲੱਤ ਭਾਰੇ ਮੋਟਰਸਾਈਕਲ ਹੇਠਾਂ ਆ ਗਈ, ਮਿੱਧੀ ਗਈ। ਉਹਦੀ ਲੱਤ ਤਾਰ ਕੋਲ ਦੀ ਸੜਕ 'ਤੇ ਰਿਮਕ ਰਿਮਕ ਵਗਣ ਲੱਗ ਪਈ। ਇਹ ਤੇ ਕੋਈ ਹੋਰ ਗੋਰਾ ਅਫਸਰ ਏ ਪੰਡਤ ਜੀ, ਇਹ ਤੇ ਸਕਾਟ ਨਹੀਂ। ਮੈਂ ਰਾਜਗੁਰੂ ਨੂੰ ਆਵਾਜ਼ ਮਾਰੀ। ਇਹ ਤੇ ਕੋਈ ਹੋਰ ਗੋਰਾ ਏ। ਪਰ ਹੁਣ ਕੁਝ ਨਹੀਂ ਸੀ ਹੋ ਸਕਦਾ। ਤੀਰ ਕਮਾਨ ਵਿੱਚੋਂ ਨਿਕਲ ਗਿਆ ਸੀ। ਜਿਹੜਾ ਵੀ ਸੀ, ਪੁਲਿਸ ਦਾ ਅਫਸਰ ਸੀ ਤੇ ਗੋਰਾ ਸੀ। ਅਸਾਂ ਇਹਨੂੰ ਮਾਰ ਮੁਕਾਣਾ ਸੀ। ਕਤੂਰਿਆ ਮੈਂ ਅੰਨ੍ਹੇਵਾਹ ਨੱਸਦਾ ਹੋਇਆ ਮੋਟਰਸਾਈਕਲ ਹੇਠ ਆਏ ਹੋਏ ਫੱਟੜ ਸਾਂਡਰਸ ਕੋਲ ਅੱਪੜਿਆ। ਉਹਦੇ ਸਿਰ 'ਤੇ ਖਲੋ ਕੇ ਆਪਣੇ ਆਟੋਮੈਟਿਕ ਪਿਸਤੌਲ ਦੀਆਂ ਸਾਰੀਆਂ ਗੋਲੀਆਂ ਉਹਦੇ ਜੁੱਸੇ ਵਿੱਚ ਖਾਲੀ ਕਰਕੇ ਉਹਨੂੰ ਛਾਨਣੀ ਕਰ ਛੱਡਿਆ। ਮੈਨੂੰ ਉਸ ਵੇਲੇ ਇਹੋ ਖਿਆਲ ਆਇਆ ਭਈ ਮੈਂ ਗੋਲੀਆਂ ਕਿਸੇ ਇਨਸਾਨ ਨੂੰ ਨਹੀਂ, ਪੂਰੀ ਅੰਗਰੇਜ਼ ਸਰਕਾਰ ਦੇ ਕਾਲਜੇ ਵਿੱਚ ਮਾਰੀਆਂ ਨੇ। ਮੇਰੀ ਹਰ ਗੋਲੀ ਉਹਨੂੰ ਠੰਡਾ ਕਰਦੀ ਗਈ ਤੇ ਅਖੀਰ ਉਹ ਮਰ ਗਿਆ। ਪਲ ਦੋ ਪਲ ਲਈ ਮੱਛੀ ਹਾਥ ਤੜਫਿਆ ਤੇ ਠੰਡਾ ਹੋ ਗਿਆ। ਉਹਦੇ ਠੰਡੇ ਹੋਣ ਨਾਲ ਮੇਰੇ ਅੰਦਰ ਵੀ ਠੰਡ ਪੈ ਗਈ। ਗੋਲੀਆਂ ਦੀ ਤੜਾਖ ਤੜਾਖ ਨਾਲ ਕਾਲਜ ਦੇ ਕੰਪਾਊਂਡ ਵਿੱਚ ਜਿਹੜੇ ਰੁੱਖ ਸਨ, ਉਹਨਾਂ ਅੰਦਰ ਸੁੱਤੇ ਜਾਗਦੇ ਜਿੰਨੇ ਵੀ ਪੰਖ ਪਕੀਰੂ ਸਨ, ਉਹ ਤੈਰ ਗਏ। ਚਾਂ ਚਾਂ ਕਰਦੇ ਉੱਡਣ ਲੱਗ ਪਏ। ਕਾਵਾਂ ਨੇ ਕਾਂ ਕਾਂ ਕਰਦਿਆਂ ਅਸਮਾਨ ਸਿਰ 'ਤੇ ਚੁੱਕ ਲਿਆ। ਮੈਂ ਹਾਲੇ ਵੀ ਪਿਸਤੌਲ ਦੀ ਨਾਲੀ ਮਾਰ ਮੁੱਕ ਗਏ ਸਾਂਡਰਸ ਵੱਲ ਕੀਤੀ ਹੋਈ ਸੀ ਤੇ ਇੱਕ ਬੁੱਤਹਾਰ ਉੱਥੇ ਹੀ ਖਲੋਤਾ ਹੋਇਆ ਸੀ। ਕਾਵਾਂ ਨੇ ਕਾਂ ਕਾਂ ਦਾ ਰੌਲਾ ਪਾਇਆ। ਤਦ ਮੈਨੂੰ ਚਾਨਣ ਹੋਇਆ ਪਈ ਇੰਜ ਖਲੋਤਾ ਰਿਹਾ ਤੇ ਮੈਂ ਫੜਿਆ ਜਾਵਾਂਗਾ। ਮੇਰੇ ਲੂੰ ਕੰਡੇ ਖੜੇ ਹੋ ਗਏ ਤੇ ਮੈਂ ਨੱਸ ਉੱਠਿਆ। ਕਤੂਰਿਆ ਸੌ ਗਿਆ ਏ? ਓਏ ਖੜੱਬਿਆ, ਮੇਲਾ ਤੇ ਹੁਣ ਭਖਿਆ ਏ। ਭਗਤ ਸਿੰਘ ਰਾਜਗੁਰੂ ਤੇ ਜੇਪਾਲ ਵਾਰਦਾਤ ਕਰਨ ਮਗਰੋਂ ਕੋਰਟ ਸਟਰੀਟ 'ਤੇ ਅੰਨ੍ਹੇਵਾਹ ਭੱਜਦੇ ਜਾਂਦੇ ਸਨ ਤੇ ਸਾਂਡਰਸ ਦਾ ਗਾਰਡ ਹੈੱਡ ਕਾਂਸਟੇਬਲ ਚੰਨਨ ਸਿੰਘ ਤੇ ਟ੍ਰੈਫਿਕ ਇੰਸਪੈਕਟਰ W.J. ਫਨ ਉਹਨਾਂ ਨੂੰ ਫੜਨ ਲਈ ਪਿੱਛੇ ਪਿੱਛੇ ਨੱਸਦੇ ਆ ਰਹੇ ਸਨ। ਜਾਪਦਾ ਸੀ ਪਈ ਉਹ ਕਾਬੂ ਆ ਜਾਣਗੇ। ਭਗਤ ਸਿੰਘ ਇੱਕ ਵਾਰੀ ਪਿੱਛੇ ਮੁੜ ਕੇ ਵੇਖਿਆ ਤੇ ਉਹ ਦੋਵੇਂ ਉਹਨਾਂ ਦੇ ਨੇੜੇ ਅੱਪੜਦੇ ਸਨ ਪਏ। ਉਹਨਾਂ ਤੋਂ ਬਚਣ ਦੀ ਇੱਕੋ ਸਬੀਲ ਭਗਤ ਨੂੰ ਸੁੱਝੀ। ਉਹ ਆਪਣੇ ਪੈਰੀਂ ਜੰਮ ਕੇ ਖਲੋ ਗਿਆ ਤੇ ਫਿਰ ਨੂੰ ਉਸੇ ਆਟੋਮੈਟਿਕ ਪਿਸਤੌਲ ਨਾਲ, ਜਿਹਦੇ ਵਿੱਚ ਉਹਨੇ ਗੋਲੀਆਂ ਫਿਰ ਭਰ ਲਈਆਂ ਸਨ, ਨਿਸ਼ਾਨੇ ਵਿੱਚ ਬੰਨ੍ਹ ਕੇ ਫਾਇਰ ਕੀਤਾ। ਫਰਨ ਨੇ ਕਬਾਸਾ ਹੋ ਕੇ ਆਪਣੇ ਆਪ ਨੂੰ ਬਚਾ ਲਿਆ, ਪਰ ਉਹ ਇਸ ਵਾਰੇ ਦੇ ਧਮਾਕੇ ਕੇ ਦਹਿਸ਼ਤ ਨਾਲ ਸੜਕ ਉੱਤੇ ਢਹਿ ਗਿਆ। ਤਦ ਭਗਤ ਤੇ ਰਾਜਗੁਰੂ ਨੇ ਪੈਂਤਰਾ ਬਦਲਿਆ ਤੇ ਕੋਰਟ ਸਟਰੀਟ ਤੋਂ ਵੱਖ ਹੋ ਕੇ ਇੱਕ ਨਿੱਕੇ ਜਿਹੇ ਗੇਟ ਰਾਹੀਂ D.A.V. ਕਾਲਜ ਦੇ ਕੰਪਾਊਂਡ ਅੰਦਰ ਜਾ ਵੜੇ। ਚੰਨਨ ਸਿੰਘ ਹਾਲੇ ਵੀ ਉਹਨਾਂ ਦਾ ਖਹਿੜਾ ਨਹੀਂ ਸੀ ਛੱਡਿਆ। ਉਹਨਾਂ ਦਾ ਖੁਰਾ ਨੱਪਦਾ ਉਹਨਾਂ ਦੇ ਪਿੱਛੇ ਨੱਸੀ ਆਉਂਦਾ ਸੀ। ਅੰਗਰੇਜ਼ ਸਰਕਾਰ ਦੀ ਚਾਕਰੀ ਨੇ ਉਹਨੂੰ ਬੇਦੀਦ ਕਰ ਛੱਡਿਆ ਸੀ। ਉਹਨੂੰ ਪੱਕ ਸੀ ਪਈ ਜੇ ਮੈਂ ਇਹਨਾਂ ਕਾਤਲਾਂ ਨੂੰ ਕਾਬੂ ਕਰ ਲਿਆ ਤੇ ਮੇਰੀ ਤਰੱਕੀ ਹੋ ਜਾਏਗੀ। ਇਨਾਮ ਦੇ ਤੌਰ 'ਤੇ ਕੋਈ ਜਾਗੀਰੀ ਅਤਾ ਹੋ ਜਾਏਗੀ। ਚੰਨਨ ਸਿੰਘ ਨੇ ਇਹ ਕਿਆਸ ਉੱਕਾ ਨਾ ਕੀਤਾ ਕਿ ਮੇਰੇ ਆਪਣੇ ਭਾਈ ਬੰਦ ਨੇ। ਜੇ ਇਹਨਾਂ ਸਾਂਡਰਸ ਨੂੰ ਮਾਰ ਮੁਕਾਇਆ ਏ ਤੇ ਲਾਲਾ ਜੀ ਦੇ ਕਤਲ ਦਾ ਬਦਲਾ ਲਿਆ ਏ। ਇਸ ਧਰਤੀ ਦਾ ਮਾਸ ਖੋ ਖਾਣ ਵਾਲੇ ਇੱਕ ਗਿਰਜ ਦੀ ਜਾਨ ਲਈ ਏ। ਬਹੁਤ ਸਾਰੇ ਦੂਜੇ ਹਿੰਦੁਸਤਾਨੀਆਂ ਹਾਰ ਉਹ ਬਗੈਰਤ ਤੇ ਉਸੇ ਦਿਹਾੜੇ ਹੋ ਗਿਆ ਸੀ ਜਦ ਉਹਨੇ ਪੁਲਿਸ ਦੀ ਵਰਦੀ ਪਾ ਕੇ ਸਰਕਾਰ ਦੀ ਚਾਕਰੀ ਕਰ ਲਈ ਸੀ। ਉਹਦੀ ਅਣਖ ਉਸੇ ਦਿਹਾੜੇ ਸਵਾਹ ਹੋ ਗਈ ਸੀ। ਉਹਦੀ ਨਾੜਾਂ ਵਿੱਚ ਜਿਹੜੀ ਗੈਰਤ ਵਾਲੀ ਰਤ ਸੀ, ਉਹਦੀ ਥਾਂ ਗੰਦੇ ਪਾਣੀ ਵਗਣ ਲੱਗ ਪਏ ਸਨ। ਉਂਝ ਹੱਕ ਸੱਚ ਇਹ ਵੇ, ਉਹਨਾਂ ਆਪਣੇ ਕੁੱਤੇ ਨਵਾਉਣ ਵਾਲਿਆਂ ਤੇ ਬੂਟ ਚੱਟਣ ਵਾਲਿਆਂ ਨੂੰ ਜਗੀਰਾਂ ਤੇ ਰਕਬੇ ਦਿੱਤੇ। ਉਹਨਾਂ ਨੂੰ ਰਾਜੇ ਤੇ ਨਵਾਬ ਬਣਾ ਦਿੱਤਾ, ਜਿਹੜੇ ਹਮੇਸ਼ ਪੂਛਲ ਹਿਲਾਉਂਦੇ ਆਏ ਤੇ ਅੰਗਰੇਜ਼ ਨਾਲ ਰਲ ਕੇ ਆਜ਼ਾਦੀ ਦੀ ਮੰਗ ਕਰਨ ਵਾਲਿਆਂ ਦੀਆਂ ਧੌਣਾਂ ਲਾਹੀਆਂ। ਉਹਨਾਂ ਦੇ ਡਕਰੇ ਕਰਕੇ ਮਾਲਕਾਂ ਦੇ ਪੈਰ ਪੀੜੇ ਕਰਕੇ ਉਹਨਾਂ ਨੂੰ ਖੁਸ਼ ਕੀਤਾ। ਚੰਨਨ ਸਿੰਘ ਜਿਹੇ ਆਮ ਲੋਕੀ ਵੀ ਆਪਣਾ ਢਿੱਡ ਭਰਨ ਲਈ ਅੰਗਰੇਜ਼ ਦੀਆਂ ਚਾਕਰੀਆਂ ਕਰਨ ਲੱਗ ਪਏ। ਬਿਨਾਂ ਸ਼ੱਕ ਇਹ ਹਿੰਦੁਸਤਾਨੀ ਜੇ ਅੰਗਰੇਜ਼ ਦੇ ਪਿੱਠੂ ਨਾ ਹੁੰਦੇ ਤੇ ਉਹਨਾਂ ਦੇ ਪੈਰ ਇਸ ਧਰਤੀ 'ਤੇ ਕਦੇ ਨਾ ਜੰਮਦੇ, ਥੜਕ ਜਾਂਦੇ। ਚੰਨਨ ਸਿੰਘ ਬਹੁਤ ਨੇੜੇ ਹੁੰਦਾ ਜਾਂਦਾ ਸੀ। ਜੇਪਾਲ ਉਹਨਾਂ ਤੋਂ ਵੱਖ ਹੋ ਕੇ ਕੋਰਟ ਸਟਰੀਟ ਦੇ ਅਖੀਰ ਤੱਕ ਅੱਪੜ ਗਿਆ ਸੀ। ਚੰਨਨ ਸਿੰਘ ਉਹਨਾਂ ਦੇ ਸਿਰਾਂ 'ਤੇ ਅੱਪੜਿਆ ਕਿ ਅੱਪੜਿਆ। ਉਹਨਾਂ ਆਪਣੇ ਆਪ ਨੂੰ ਬਚਾਉਣ ਲਈ ਕੁਝ ਨਾ ਕੁਝ ਤੇ ਕਰਨਾ ਸੀ। ਰਾਜਗੁਰੂ ਚੰਨਨ ਸਿੰਘ ਨੂੰ ਉੱਕਾ ਮਾਰਨਾ ਨਹੀਂ ਸੀ ਚਾਹੁੰਦਾ।
ਸਾਡਾ ਵੈਰ ਤੇ ਸਾਂਡਰਸ ਨਾਲ ਸੀ, ਇਹਦੇ ਨਾਲ ਤੇ ਨਹੀਂ। ਪਰ ਜਦੋਂ ਇੰਨਾ ਨੇੜੇ ਆ ਗਿਆ ਭਈ ਉਹ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਨੱਪ ਸਕਦਾ ਸੀ, ਤੇ ਫਿਰ ਰਾਜਗੁਰੂ ਮਜਬੂਰ ਹੋ ਕੇ ਪਰਤਿਆ ਤੇ ਆਪਣੇ ਮਾਊਜ਼ਰ ਨਾਲ ਉਹਦੇ 'ਤੇ ਫਾਇਰ ਖੋਲ੍ਹ ਦਿੱਤਾ। ਗੋਲੀ ਚਰਨ ਸਿੰਘ ਦੇ ਸੱਜੇ ਪੱਟ ਨੂੰ ਪਾੜ ਕੇ ਲੰਘ ਗਈ ਤੇ ਉਹ ਕੰਪਾਊਂਡ ਦੀ ਘਾਹ ਉੱਤੇ ਮੁੱਧਾ ਜਾ ਪਿਆ। ਚਰਨ ਸਿੰਘ ਮਗਰੋਂ ਲੈ ਗਿਆ ਤੇ ਭਗਤ ਸਿੰਘ ਤੇ ਰਾਜਗੁਰੂ DAV ਕਾਲਜ ਦੀ ਵਾਲੀਬਾਲ ਵਾਲੀ ਗਰਾਊਂਡ ਰਾਹੀਂ ਸਟੂਡੈਂਟ ਹੋਸਟਲ ਕੋਲ ਜਾ ਅਪੜੇ। ਬਾਵਰਚੀ ਖਾਨੇ ਦੇ ਕੋਲ ਭਗਤ ਸਿੰਘ ਸਾਈਕਲ ਖਿਲਾਰ ਗਿਆ ਸੀ। ਉਹਨੇ ਸਾਈਕਲ ਫੜੀ, ਉਹਦੇ ਉੱਤੇ ਬਹਿ ਕੇ ਪੈਡਲ ਮਾਰਦਾ ਕਾਲਜ ਵਿੱਚੋਂ ਬਾਹਰ ਆ ਕੇ ਦੇਵ ਸਮਾਜ ਰੋਡ ਰਾਹੀਂ ਉਹ ਮਜ਼ੰਗ ਵਾਲੇ ਖੁਫੀਆ ਅੱਡੇ 'ਤੇ ਅੱਪੜ ਗਿਆ ਤੇ ਉਹਦੇ ਸਾਥੀ ਵੀ ਲੁਕਦੇ ਛੁਪਦੇ ਅਖੀਰ ਮਜ਼ੰਗ ਪਹੁੰਚ ਗਏ। ਸ਼ਹਿਰ ਲਾਹੌਰ ਅੰਦਰ ਥਾਂ ਥਾਈਂ ਪੋਸਟਰ ਲੱਗੇ ਹੋਏ ਸਨ। ਨਿਸਬਤ ਰੋਡ, ਸਟੇਸ਼ਨ, ਗਵਾਲ ਮੰਡੀ, ਕੰਧਾਂ ਉੱਤੇ ਗੁਲਾਬੀ ਰੰਗ ਦੇ ਪੋਸਟਰ ਲੱਗੇ ਹੋਏ ਸਨ। ਸਾਂਡਰਸ ਮਰ ਗਿਆ ਏ, ਲਾਲਾ ਜੀ ਦੇ ਕਤਲ ਦਾ ਬਦਲਾ ਅਸਾਂ ਲੈ ਲਿਆ ਏ, ਪੋਸਟਰ ਭਗਤ ਨੇ ਲਿਖੇ ਤੇ ਆਪ ਹੀ ਕੰਧਾਂ 'ਤੇ ਲਾਏ। ਨੋਟਿਸ: ਹਿੰਦੁਸਤਾਨ ਸੋਸ਼ਲਿਸਟ ਆਰਮੀ ਵੱਲੋਂ JP ਸਾਂਡਰਸ ਦੇ ਕਤਲ ਨਾਲ ਅਸਾਂ ਲਾਲਾ ਲਾਜਪਤ ਰਾਏ ਹੋਰਾਂ ਦੇ ਕਤਲ ਦਾ ਹਿਸਾਬ ਚੁਕਾ ਦਿੱਤਾ ਏ। ਕੁੱਲ ਦੁਨੀਆ ਨੇ ਵੇਖ ਲਿਆ ਏ, ਜੇ ਹਿੰਦੁਸਤਾਨ ਦੇ ਲੋਕ ਜਿਉਂਦੇ ਨੇ, ਉਹਨਾਂ ਦੀ ਰਾਤ ਹਾਲੀ ਸੀਤ ਨਹੀਂ ਹੋਈ, ਉਹ ਆਪਣੇ ਮੁਲਕ ਦੀ ਇੱਜ਼ਤ ਲਈ ਜਾਨ ਵਾਰ ਸਕਦੇ ਨੇ। ਬਿਨਾਂ ਸ਼ੱਕ ਸਾਡੇ ਉੱਤੇ ਜ਼ੁਲਮ ਤੇ ਜ਼ਬਰ ਦੇ ਪਹਾੜ ਟੁੱਟ ਪੈਣ, ਅਸੀਂ ਇਨਕਲਾਬ ਦਾ ਨਾਰਾ ਲੁਕਾਈ ਤੀਕਰ ਪੜ੍ਹਾਉਂਦੇ ਰਵਾਂਗੇ। ਜਦ ਸਾਨੂੰ ਫਾਹੇ ਲਾਇਆ ਜਾਏਗਾ ਤਦ ਵੀ ਅਸੀਂ ਫਾਂਸੀ ਦੇ ਤਖ਼ਤੇ ਉੱਤੇ ਚੜ੍ਹਦਿਆਂ ਇਹੋ ਨਾਰਾ ਲਾਵਾਂਗੇ, ਇਨਕਲਾਬ ਜ਼ਿੰਦਾਬਾਦ। ਸਾਨੂੰ ਇੱਕ ਇਨਸਾਨ ਦੇ ਕਤਲ ਦਾ ਮਨਖ ਜ਼ਰੂਰ ਏ, ਪਰ ਇਹ ਬੰਦਾ ਜ਼ਾਲਮ ਤੇ ਬੇਇਨਸਾਫ ਸਰਕਾਰ ਦਾ ਇੱਕ ਕਰਿੰਦਾ ਸੀ। ਉਹਦਾ ਮਾਰ ਮੁਕਾਣਾ ਵੇਲੇ ਦੀ ਲੋੜ ਸੀ। ਇਹ ਖੂਨ ਕਰਨ ਦਾ ਸਾਨੂੰ ਅਫਸੋਸ ਤੇ ਹੈ, ਪਰ ਇਨਕਲਾਬ ਦੀ ਕੁਰਬਾਨਗਾਹ ਨੂੰ ਹਮੇਸ਼ ਖੂਨ ਨਾਲ ਇਸ਼ਨਾਨ ਕਰਾਇਆ ਜਾਂਦਾ ਏ। ਅਸੀਂ ਇੱਕ ਇਹ ਜਿਹਾ ਇਨਕਲਾਬ ਲਿਆਉਣ ਦੇ ਸੁਪਨੇ ਵੇਖਣੇ ਆ, ਜਿਹਦੇ ਵਿੱਚ ਕੋਈ ਬੰਦਾ ਦੂਜਿਆਂ ਬੰਦਿਆਂ 'ਤੇ ਜ਼ੁਲਮ ਨਾ ਕਰੇ, ਲੋਕਾਈ ਨੂੰ ਇਨਸਾਫ ਮਿਲੇ। 18 ਦਸੰਬਰ 1928। ਦਸਤਖਤ ਬਲਰਾਜ, ਕਮਾਂਡਰ ਇਨ ਚੀਫ HSRA।